वैद जी। श्री जी, दृष्टमान अर्थात अपनी हों शरीर ते इस्त्री पुत्र धन आदि नालों प्यार उठ के दृष्टि जिसनू वाहिगुरू किया जे विच प्यार पै जावे, ये बड़ा कठिन काम है कि इसलिए प्राणायाम धारणा ध्यान आदि साधना की लोड़ नहीं। दाता जी। प्रीतम जी, दुख दारू आखदे हन। दुख जिस तो लोग डरदे हन वो दारू है। क्यों? जो दुख दिसण वाले दृष्टमान तो वैराग कराउंदा है। उधरों उन्होंने एक नवी शै बनाई है, सत्संग, जो दुखी नू दुख देण वाले दे मोह वालों धू के दृष्टि वाल खिंच लैंदा है। काकी सत है, परंतु श्री जी प्रीतम जी असां देखे नहीं, सानू उन्हां दा प्यार सत्संग किस तरह सिखालदा है। दाता, पहला प्रेम नू समझिए कि की शै है। प्रेम जो आदर्शक है अर्थात जो निरोल रूहानी या आत्मा दा परमात्मा विच हुंदा है, अजे असी समझ नहीं रहे, पर दृष्टमान नाल जो मोह साडा है उसनू असी समझदे हां। इस तो अगेरी गल समझण दा यतन करिए। जिस नाल साडा प्यार हुंदा है उस लई साडे अंदर धू या खिच पैंदी है। ਇਹ ਖਿੱਚ ਜਾਂ ਧੂ ਇਹ ਚਾਹੁੰਦੀ ਹੈ ਕਿ ਪਿਆਰਾ ਕਿਸੇ ਵੇਲੇ ਵਿਛੜੇ ਨਾ, ਅੱਖਾਂ ਤੋਂ ਓਲੇ ਨਾ ਹੋਵੇ, ਹਰਦਮ ਦਿਸਦਾ ਰਹੇ। ਜਦੋਂ ਪਿਆਰਾ ਪ੍ਰਾਪਤ ਹੁੰਦਾ ਹੈ ਤਾਂ ਅੱਖਾਂ ਉਸ ਨੂੰ ਇੱਕਦਮ ਲਈ ਆਪਣੇ ਤੋਂ ਓਲੇ ਨਹੀਂ ਹੋਣ ਦਿੰਦੀਆਂ, ਤੇ ਜਦੋਂ ਕਦੇ ਪਿਆਰਾ ਵਿਛੜ ਜਾਵੇ ਤਾਂ ਦਿਲ ਉਸ ਨੂੰ ਵਿਸਾਰਦਾ। ਹਰ ਵੇਲੇ ਅੰਦਰ ਧੂ ਪੈਂਦੀ ਹੈ ਤੇ ਪਿਆਰੇ ਦੀ ਯਾਦ ਅੰਦਰ ਲੱਗੀ ਰਹਿੰਦੀ ਹੈ। ਅਰਥਾਤ ਇਹ ਕਿ ਪਿਆਰਾ ਇੱਕਦਮ ਲਈ ਭੁੱਲਦਾ ਨਹੀਂ ਹੈ। ਲਓ ਹੁਣ ਸਾਨੂੰ ਸਾਫ਼ ਸਮਝ ਪੈ ਗਈ ਕਿ ਪਹਿਲਾ, ਪਿਆਰੇ ਦੇ ਮੇਲ ਵੇਲੇ ਅੱਖੀਆਂ ਪਿਆਰੇ ਨੂੰ ਪਰੇ ਨਹੀਂ ਹੋਣ ਦਿੰਦੀਆਂ ਤੇ ਦਿਲ ਵਿੱਚ ਆਨੰਦ ਭਰਪੂਰ ਹੁੰਦਾ ਹੈ। ਤੇ ਦੂਸਰਾ, ਵਿਛੋੜੇ ਵੇਲੇ ਪਿਆਰੇ ਦੀ ਯਾਦ ਅੰਦਰੋਂ ਦੂਰ ਨਹੀਂ ਹੁੰਦੀ ਤੇ ਮਨ ਵਿੱਚ ਖਿੱਚ ਜਾਂ ਧੂ ਪੈਂਦੀ ਰਹਿੰਦੀ ਹੈ। ਇਸ ਪਿਆਰ ਦਾ ਇਹ ਨਿਸ਼ਚਿਤ ਸਰੂਪ ਹੈ ਜਿਸ ਨੂੰ ਅਸੀਂ ਬਿਨਾਂ ਸੰਸ਼ੇ ਸਾਫ਼-ਸਾਫ਼ ਸਮਝ ਸਕਦੇ ਹਾਂ ਕਿ ਪਿਆਰ ਦਾ ਪ੍ਰਕਾਸ਼ ਜਾਂ ਪਿਆਰ ਦਾ ਪ੍ਰਗਟ ਹੋਣਾ ਜਾਂ ਪਿਆਰ ਦਾ ਰੂਪ ਜਿਸ ਨੂੰ ਸਾਡੀ ਸਮਝ ਹੁਣ ਸਮਝ ਸਕਦੀ ਹੈ ਕਿ ਉਹ ਕੀ ਸ਼ੈ ਹੈ। ਉੱਤਰ, ਯਾਦ। ਸਤਸੰਗ ਸਿਖਾਲਦਾ ਹੈ ਕਿ ਜਦੋਂ ਵਾਹਿਗੁਰੂ ਦੀਂਦਾ ਨਹੀਂ, ਅੱਖਾਂ ਦੇ ਸਾਹਮਣੇ ਨਹੀਂ ਹੈ, ਤਾਂ ਤੁਸੀਂ ਇਉਂ ਖਿਆਲ ਕਰੋ ਕਿ ਉਸ ਨਾਲ ਸਾਡਾ ਵਿਛੋੜਾ ਹੈ ਤੇ ਸਾਨੂੰ ਜਗਤ ਦੇ ਪਿਆਰ ਤੋਂ ਸਮਝ ਆ ਚੁੱਕੀ ਹੈ ਕਿ ਵਿਛੋੜੇ ਵਿੱਚ ਪਿਆਰੇ ਦੀ ਯਾਦ ਨਹੀਂ ਭੁੱਲਿਆ ਕਰਦੀ ਤੇ ਧੂ ਪਿਆ ਕਰਦੀ ਹੈ। ਸੋ ਜੇ ਹੁਣ ਅਸੀਂ ਪਿਆਰੇ ਨੂੰ ਵਿਛੜਿਆ ਸਮਝ ਕੇ ਉਸ ਨੂੰ ਯਾਦ ਕਰਿਆ ਕਰੀਏ ਤੇ ਉਸ ਦੀ ਯਾਦ ਨੂੰ ਹਰਦਮ ਪਕਾਈਏ, ਤਦ ਸਾਨੂੰ ਉਸ ਦੀ ਧੂ ਜਾਂ ਖਿੱਚ ਪਵੇਗੀ। ਇਹ ਧੂ ਜਾਂ ਖਿੱਚ ਹੀ ਪ੍ਰੇਮ ਦਾ ਪ੍ਰਗਟ ਸਰੂਪ ਸਾਡੀ ਸਮਝ ਵਿੱਚ ਆਇਆ ਸੀ ਕਿ ਵਿਛੋੜੇ ਵੇਲੇ ਸਾਡੇ ਅੰਦਰ ਹੁੰਦਾ ਹੈ। ਸੋ ਯਾਦ ਦੇ ਪੱਕਿਆਂ ਮਾਨੋ ਪ੍ਰੇਮ ਲੱਗ ਪਿਆ ਜਾਂ ਯਾਦ ਪ੍ਰੇਮ ਵਿੱਚ ਪਲਟ ਗਈ। ਜਿਵੇਂ ਬੋੜ ਤੋਂ ਬੀਜ ਤੇ ਬੀਜ ਤੋਂ ਬੋੜ, ਤਿਵੇਂ ਪ੍ਰੇਮ ਤੋਂ ਯਾਦ ਤੇ ਯਾਦ ਤੋਂ ਪ੍ਰੇਮ। ਜਿਉਂ-ਜਿਉਂ ਇਹ ਪ੍ਰੇਮ ਵਧੇਗਾ ਤਿਉਂ-ਤਿਉਂ ਪਿਆਰੇ ਨੂੰ ਵੀ ਸਾਡੀ ਧੂ ਪਵੇਗੀ। ਉਹ ਕਿਉਂ? ਉਸ ਲਈ ਇੱਕ ਹੋਰ ਨਿਯਮ ਹੈ, ਉਹ ਸਮਝ ਲਓ। ਉਹ ਇਹ ਹੈ ਕਿ ਜਿਸ ਨੂੰ ਤੁਸੀਂ ਸਦਾ ਯਾਦ ਕਰੋਗੇ ਉਸ ਨੂੰ ਤੁਸੀਂ ਯਾਦ ਆਓਗੇ। ਇਉਂ ਸਦਾ ਯਾਦ ਕਰਦਿਆਂ ਪ੍ਰੀਤਮ ਜੀ ਤੁਹਾਡੇ ਨਾਲ ਪ੍ਰੇਮ ਵਿੱਚ ਆਉਣਗੇ। ਲਓ ਮੈਂ ਫਿਰ ਦੁਹਰਾਉਂਦਾ, ਜਦੋਂ ਸਾਡੇ ਅੰਦਰ 8 ਪੈਰ ਦੀ ਯਾਦ ਪਿਆਰੇ ਜੀ ਲਈ ਵਸ ਪਈ ਹੈ ਤਾਂ ਇਹ ਪ੍ਰੇਮ ਦਾ ਪ੍ਰਗਟ ਸਰੂਪ ਹੈ। ਪ੍ਰੇਮ ਮਾਨੋ ਸੁਰਜੀਤ ਹੋ ਪਿਆ ਹੈ। ਇਹ ਯਾਦ ਜਦ ਨਿਰੰਤਰ ਹੋ ਜਾਏਗੀ ਸਾਡੇ ਵਿੱਚ ਪ੍ਰੀਤਮ ਦੀ ਖਿੱਚ ਜਾਂ ਧੂ ਪੈਦਾ ਕਰੇਗੀ ਤੇ ਉਹ ਧੂ ਜਦ ਮਜ਼ਬੂਤ ਹੋ ਜਾਏਗੀ ਤਦੋਂ ਪ੍ਰੀਤਮ ਜੀ ਵੀ ਸਾਨੂੰ ਯਾਦ ਕਰਨਗੇ ਅਰ ਖਿੱਚ ਖਾਣਗੇ। ਫਿਰ ਉਹ ਵੱਡੇ ਹਨ, ਸਮਰੱਥ ਹਨ, ਸਾਨੂੰ ਖਿੱਚਣਗੇ। ਅਸੀਂ ਛੋਟੇ ਹੋਣ ਕਰਕੇ, ਹਲਕੇ ਹੋਣ ਕਰਕੇ ਖਿੱਚੇ ਜਾਵਾਂਗੇ ਤੇ ਪਿਆਰੇ ਨਾਲ ਜਾ ਮਿਲਾਂਗੇ। ਮੇਲ ਹੋ ਗਿਆ, ਯੋਗ ਹੋ ਗਿਆ। ਇਉਂ ਦੀਆਂ ਮੱਤਾਂ ਦੇ ਕੇ ਅਣਡਿੱਠੇ ਵਾਹਿਗੁਰੂ ਜੀ ਨਾਲ ਸਤਸੰਗ ਮੇਲ ਕਰਾ ਦਿੰਦਾ ਹੈ। ਕਾਕੀ ਹਰ ਵੇਲੇ ਦੀ ਯਾਦ ਅਣਡਿੱਠੇ ਪ੍ਰੀਤਮ ਜੀ ਵਾਹਿਗੁਰੂ ਲਈ ਅੰਦਰ ਪੈਦਾ ਹੋ ਜਾਣੀ ਵੀ ਔਖਾ ਜਿਹਾ ਕੰਮ ਹੈ। ਦਾਤਾ ਹੈ ਤਾਂ ਸਹੀ, ਪਰ ਜੀ ਕੋ ਇੱਕ ਫੁੱਟੀ ਪਰ ਜਾਗ ਨਾਲ ਮਣ ਦੁੱਧ ਜੰਮ ਜਾਂਦਾ ਹੈ। ਇਸ ਤਰ੍ਹਾਂ ਸਤਸੰਗ ਦੀ ਇੱਕ ਕਣੀ ਨਾਲ ਇਹ ਕਾਰਜ ਸਾਰ ਦਿੰਦਾ ਹੈ। ਉਹ ਕਿਣਕਾ ਬਹੁਤ ਅਮੋਲਕ ਹੈ। ਕਿਣਕਾ ਏਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਨੀ ਨਾ ਆਵੇ। ਅਤੇ ਉਹ ਕਣੀ ਇਉਂ ਅੰਦਰ ਪੈਂਦੀ ਹੈ
ਕਿ ਜਦ ਸਤਸੰਗ ਨੂੰ ਮਿਲੋ ਉੱਥੇ ਪ੍ਰੀਤਮ ਜੀ ਦਾ ਪਿਆਰ ਡੁੱਲ ਡੁੱਲ ਪੈ ਰਿਹਾ ਹੁੰਦਾ ਹੈ। ਜਿਹੀ ਸੰਗਤ ਤੇ ਹਾ ਫਲ, ਉਹਨਾਂ ਦੇ ਦਰਸ਼ਨ ਤੇ ਮੇਲ ਨਾਲ ਉਹੋ ਜਿਹਾ ਰੰਗ ਲੱਗਦਾ ਹੈ। ਫਿਰ ਸਤਸੰਗ ਪ੍ਰੀਤਮ ਜੀ ਦਾ ਕੀਰਤਨ ਕਰਦਾ ਹੈ। ਇਹ ਕੀਰਤਨ ਸਿਰ ਕਰਮਾਂ ਦੇ ਕਰਮ ਹੈ, ਜਿਸ ਨਾਲ ਪਿਆਰੇ ਜੀ ਦੀ ਯਾਦ ਅੰਦਰ ਵੜਦੀ ਹੈ। ਫਿਰ ਪ੍ਰੀਤਮ ਜੀ ਨੇ ਕੀਰਤਨ ਕਰਨ ਲਈ ਸਾਡੇ ਪ੍ਰੇਮ ਦੇ ਰੰਗ ਵੱਲੋਂ ਕੱਚੇ ਮਨਾਂ ਨੂੰ ਬੇਆਸਰੇ ਨਹੀਂ ਛੱਡਿਆ। ਆਪਣੇ ਪ੍ਰੇਮ ਰੰਗ ਵਿੱਚ ਆਪਣੇ ਪੱਕੇ ਹੋਏ ਮਨ ਦੀ ਬਾਣੀ ਉਚਾਰੀ ਹੈ। ਉਸ ਬਾਣੀ ਵਿੱਚ ਮਹਿਮਾ, ਉਸਤਤ, ਪਿਆਰ, ਬਿਰਹੋਂ ਤੇ ਹੋਰ ਸੁੰਦਰ ਭਾਵ ਐਸੇ ਪੱਕੇ ਰੰਗ ਨਾਲ ਭਰੇ ਹਨ ਕਿ ਜਦ ਉਸ ਪੱਕੀ ਬਾਣੀ ਨਾਲ ਚਾਹੇ ਚੁੱਪ, ਚਾਹੇ ਬੋਲ ਕੇ, ਚਾਹੇ ਗਾਉ ਕੇ, ਚਾਹੇ ਸੁਣ ਕੇ ਕਿਸੇ ਤਰ੍ਹਾਂ ਅੰਮ੍ਰਿਤ ਦਾ ਘੁੱਟ ਭਰੋ, ਸਾਈਂ ਦੀ ਯਾਦ ਅੰਦਰ ਜਾਗਦੀ ਹੈ। ਇਸ ਬਾਣੀ ਦਾ ਕੀਰਤਨ ਸੁਣਨਾ ਜਾਂ ਆਪ ਕਰਨਾ, ਬਾਣੀ ਦਾ ਪਾਠ ਕਰਨਾ ਜਾਂ ਵਿਚਾਰਨਾ ਪਰਮ ਪੁਰਖ ਦੀ ਯਾਦ ਵੱਲ ਧੂੰਦਾ ਰਹਿੰਦਾ ਹੈ। ਸੋ ਇਸ ਤਰ੍ਹਾਂ ਦਾ ਰੰਗ ਜਮਾ ਕੇ ਸਤਸੰਗ ਸਾਨੂੰ ਸੁੰਝੇ ਆਕਾਸ਼ ਵਿੱਚ ਬਹੁਲੀਆਂ ਮਾਰ ਮਾਰ ਕੇ ਤਬਾਹ ਹੋ ਜਾਣ ਲਈ ਨਹੀਂ ਛੱਡ ਦਿੰਦਾ, ਸਗੋਂ ਬਾਣੀ ਦਾ ਰਸ ਪਾ ਕੇ ਸਾਨੂੰ ਦੱਸਦਾ ਹੈ ਕਿ ਯਾਦ ਇੱਕ ਸੂਖਮ ਅਵਸਥਾ ਹੈ ਤੇ ਅਸੀਂ ਅਸਥੂਲ ਦੇਹ ਵਾਲੇ ਹਾਂ। ਅਸਥੂਲ ਦੇਹ ਦੇ ਸੁੱਖਾਂ ਦੇ ਪ੍ਰੇਮ ਵਿੱਚ ਦਿਨ ਰਾਤ ਲੱਗਣ ਕਰਕੇ ਅਸੀਂ ਅਸਥੂਲਤਾ ਵਿੱਚ ਪਰਪੱਕ ਹਾਂ। ਤਾਂ ਤੇ ਯਾਦ ਨੂੰ ਵੀ ਅਸਥੂਲਤਾ ਤੋਂ ਸ਼ੁਰੂ ਕਰੀਏ। ਸੋ ਆਪਣੇ ਪਿਆਰੇ ਅਰਥਾਤ ਅਕਾਲ ਪੁਰਖ ਦਾ ਨਾਮ ਦੱਸ ਦਿੰਦੇ ਹਨ ਤੇ ਆਖਦੇ ਹਨ ਕਿ ਜੀਭ ਉਤੇ ਇਸ ਨੂੰ ਰੱਖ ਕੇ ਤੇ ਮਨ ਵਿੱਚੋਂ ਖਿਆਲ ਨੂੰ ਉਸ ਪਾਸੇ ਕਰਕੇ ਉਸ ਭਾਵ ਨਾਲ ਜੋ ਬਾਣੀ ਦੇ ਪਾਠ ਕੀਰਤਨ ਨੇ ਸਾਡੇ ਅੰਦਰ ਪੈਦਾ ਕੀਤਾ ਹੈ, ਸਾਈਂ ਨੂੰ ਜਪੀਏ। ਇਹ ਪ੍ਰੇਮ ਸੰਦੇਸ਼ਾ ਹੈ ਜੋ ਪ੍ਰੀਤਮ ਜੀ ਲੈ ਕੇ ਆਏ ਹਨ। ਇਸ ਨੂੰ ਉਹ ਆਪ ਸੱਚਾ ਸੋਹਿਲਾ ਆਖਦੇ ਹਨ। ਇਹ ਸਾਚਾ ਸੋਹਿਲਾ ਸਾਚੈ ਕਰ ਗਾਵੋ। ਇਸ ਸੋਹਿਲੇ ਦਾ ਰੂਪ ਨਾਮ ਜਾਂ ਸ਼ਬਦ ਹੈ। ਪ੍ਰੀਤਮ ਜੀ ਕਹਿੰਦੇ ਹਨ, ਇਹੋ ਸੋਹਿਲਾ ਸ਼ਬਦ ਹੈ ਸੁਹਾਵ। ਇਉਂ ਇਸ ਸੋਹਿਲੇ ਨਾਲ ਯਾਦ ਦਾ ਸੂਖਮ ਭਾਵ ਜੀਭ ਦਾ ਆਸਰਾ ਲੈ ਕੇ ਉੱਠਦਾ ਹੈ ਤੇ ਫਿਰ ਮਨ ਵਿੱਚ ਵੜਦਾ ਯਾਦ ਬਣਦਾ ਜਾਂਦਾ ਹੈ। ਇਸ ਨੂੰ ਨਾਮ ਦਾ ਸਿਮਰਨ ਆਖਦੇ ਹਨ। ਜਪ ਤੋਂ ਸਿਮਰਨ ਆਪੇ ਬਣ ਜਾਂਦਾ ਹੈ। ਇੱਥੋਂ ਤਾਈਂ ਕਿ ਨਿਰੋਲ ਯਾਦ ਬਣ ਜਾਂਦਾ ਹੈ ਤੇ ਯਾਦ ਵਿੱਚੋਂ ਖਿੱਚ ਤੋਂ ਪੱਕੇ ਪ੍ਰੇਮ ਵਿੱਚ ਪਲਟ ਜਾਂਦਾ ਹੈ ਤੇ ਪ੍ਰੇਮ ਬਣ ਕੇ ਪ੍ਰੀਤਮ ਜੀ ਨੂੰ ਖਿੱਚ ਪਾਉਂਦਾ ਹੈ ਤੇ ਪ੍ਰੀਤਮ ਜੀ ਸਾਨੂੰ ਆਪਣੀ ਅਨੁਗ੍ਰਹਿ ਨਾਲ ਖਿੱਚ ਕੇ ਆਪਣੇ ਨਾਲ ਮੇਲ ਲੈਂਦੇ ਹਨ। ਇਹ ਜੋਗ ਸੰਪੂਰਨ ਹੋ ਗਿਆ। ਦ੍ਰਿਸ਼ਟਮਾਨ ਜਿਸ ਵਿੱਚ ਸਾਡਾ ਪਿਆਰ ਲੱਗ ਪਿਆ ਹੈ, ਉਸ ਵੱਲੋਂ ਯਾਦ ਦੇ ਵਸੀਲੇ ਮਨ ਦਾ ਰੁਖ ਮੋੜ ਲਿਆ ਸੀ। ਮੂੰਹ ਮੋੜਦਿਆਂ ਹੀ ਅਸਾਂ ਉਸ ਵੱਲੋਂ ਸੰਨਿਆਸ ਧਾਰਨ ਕਰ ਲਿਆ ਸੀ। ਵਿਚਾਰ ਕਰੋ, ਜਦੋਂ ਅਸੀਂ ਆਪਣੇ ਸਾਰੇ ਕੁਝ ਨੂੰ ਬਿਨਸਣਹਾਰ ਜਾਣ ਕੇ ਅੰਦਰੋਂ ਤਿਆਗਦੇ ਹਾਂ ਪ੍ਰੀਤਮ ਜੀ ਦੇ ਹੁਕਮ ਵਿੱਚ ਅਤੇ ਦੂਸਰਿਆਂ ਦੇ ਸੁੱਖ ਲਈ ਜਿਸ ਨੂੰ ਅਸੀਂ ਪਹਿਲੋਂ ਓਪਰੇ ਜਾਣਦੇ ਸਾਂ ਲਗਾਉਂਦੇ ਹਾਂ, ਤਾਂ ਅਮਲੀ ਸੰਨਿਆਸੀ ਹੋ ਜਾਂਦੇ ਹਾਂ ਕਿ ਨਹੀਂ? ਆਪ ਪ੍ਰੀਤ ਜੋਗ ਦਾ ਸੁੱਖ ਅੰਦਰ ਮਾਣਦੇ ਹਾਂ ਤੇ ਆਪਣੇ ਸੰਨਿਆਸ ਤੋਂ ਬਾਹਰ ਸਾਰੇ ਲੋਕਾਂ ਨੂੰ ਜੋ ਆਪਣੇ ਹਮਸਾਏ ਹਨ, ਜੋ ਸ੍ਰਿਸ਼ਟੀ ਖਾਲਕ ਹਨ ਜਾਂ ਪ੍ਰੀਤਮ ਜੀ ਦੇ ਸਾਜੇ ਹੋਏ ਹੋਣ ਕਰਕੇ ਭਰਾ ਹਨ, ਸੁੱਖ ਦਿੰਦੇ ਹਾਂ ਪਰ ਸਹਿਜ ਸੁਭਾਏ। ਇਸ ਨੂੰ ਆਖਦੇ ਹਾਂ ਸਰਬੱਤ ਦਾ ਭਲਾ। ਟੇਕ ਸਾਡੀ ਨਾਮ ਤੇ ਧਿਆਨ ਪ੍ਰੀਤਮ ਜੀ ਉਤੇ, ਇਉਂ ਜੁੜੇ ਰਹਿੰਦੇ ਹਾਂ ਅਬਨਾਸੀ ਪ੍ਰੀਤਮ ਨਾਲ। ਸਰਬੱਤ ਦਾ ਭਲਾ ਸਹਿਜ ਸੁਭਾਏ ਹੋਈ ਜਾਂਦਾ ਹੈ ਸਾਡੇ ਸੰਨਿਆਸ ਦੇ ਸੁਭਾਵ ਕਰਕੇ। ਇਉਂ ਆਪ ਵੀ ਸੁਖੀ, ਜਿਉਂਦੇ ਜੀ ਸੁਖੀ, ਨਕਦੋ ਨਗਦੀ ਸੁਖੀ ਹੋ ਜਾਂਦੇ ਹਾਂ ਤੇ ਬਾਕੀ ਸ੍ਰਿਸ਼ਟੀ ਜੋ ਆਪਣੇ ਤੋਂ ਭਿੰਨ ਸੀ ਸਾਥੋਂ ਦੁਖੀ ਨਹੀਂ ਹੁੰਦੀ ਪਰ ਸੁਖ ਪਾਉਂਦੀ ਹੈ। ਸੋ ਲੋਕ ਸੁਖੀ ਪਰ ਲੋਕ ਸੁਹੇਲੇ ਹੋ ਜਾਂਦੇ ਹਾਂ। ਅਸੀਂ ਇਉਂ ਆਪਣੇ ਅੰਦਰੋਂ ਪ੍ਰੇਮ ਸਰੂਪਤਾ ਨੂੰ ਮੋਹ ਕਹਿ ਕੇ ਕੱਟਣ ਦੀ ਥਾਵੇਂ ਸਫਲ ਕਰਦੇ ਹਾਂ ਪਰਮ ਪੁਰਖ ਨਾਲ ਪ੍ਰੇਮ ਕਰਕੇ। ਫਿਰ ਸੰਨਿਆਸੀ ਹੋ ਜਾਂਦੇ ਹਾਂ ਹੁਕਮ ਪਛਾਣਨ ਨਾਲ। ਹਉ ਦੇ ਕੱਟੇ ਜਾਣ ਕਰਕੇ ਤੇ ਗਿਆਨਵਾਨ ਹੋ ਜਾਂਦੇ ਹਾਂ ਹਉ ਦੇ ਦੂਰ ਹੋ ਕੇ ਸ਼ੁੱਧ ਹੋ ਜਾਣ ਨਾਲ। ਇਹ ਗੱਲ ਕੁਝ ਹੋਰ ਹੋ ਕੇ ਮੁੱਕੀ ਤਾਂ ਸੁਣਨ ਵਾਲਿਆਂ ਦੇ ਨੇਤਰ ਬੰਦ ਹੋ ਚੁੱਕੇ ਸਨ ਔਰ ਸਾਰੇ ਕਿਸੇ ਐਸੇ ਰਸ ਵਿੱਚ ਨਿਮਗਨ ਸਨ ਕਿ ਜਿਸ ਨੂੰ ਕਦੇ ਡਿੱਠਾ ਜਾਂ ਸੁਣਿਆ ਨਹੀਂ ਸੀ। ਦਾਤਾ ਜੀ ਵੀ ਸਮਝਦੇ ਸਨ, ਆਪਣੇ ਰੰਗ ਵਿੱਚ ਮਗਨ ਹੋ ਗਏ।